ਸੋ ਭੁੱਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ, ਤੇ ਸ਼ੁਕਰ ਕਰਨੇ ਆ ਕਿ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਜੇਕਰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ ਤੇ ਉਹਦੀਆਂ ਗੱਲਾਂ ਭਲਿਓ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਹੈ। ਉਹਦੀਆਂ ਗੱਲਾਂ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਹੈ। ਲੇਕਿਨ ਕੁਲਸੀਓਂ ਦੋ ਬਾਪ ਤੇ ਉਸ ਦੀ ਜਿਸ ਵੇਲੇ ਅਸੀਂ 2 ਆਇਤ ਤੋਂ ਪੜ੍ਹਨੇ ਆ ਤੇ ਲਿਖਿਆ, ਤਾਂ ਕਿ ਤੁਹਾਡੇ ਦਿਲਾਂ ਨੂੰ ਤਸੱਲੀ ਹੋਵੇ ਤੇ ਮੁਹੱਬਤ ਦੇ ਵਿੱਚ ਆਪਸ ਦੇ ਵਿੱਚ ਗੱਠੇ ਰਹੋ। ਤੁਹਾਡੇ ਦਿਲਾਂ ਨੂੰ ਤਸੱਲੀ ਹੋਵੇ। ਜ਼ਬੂਰ 119 ਦੀ 28 ਚ ਲਿਖਿਆ ਹੈ, ਗਮ ਦੇ ਮਾਰੇ ਮੇਰੀ ਜਾਨ ਘੁਲੀ ਜਾਂਦੀ ਹੈ, ਆਪਣੇ ਕਲਾਮ ਦੇ ਮੁਤਾਬਕ ਮੈਨੂੰ ਤਕਵੀਅਤ ਤਸੱਲੀ ਇਤਮਾਨਾਨ। ਰੋਮੀਓ 15 ਬਾਬ 4 ਚ ਲਿਖਿਆ ਮਿਲਦਾ ਹੈ, ਜਿੰਨੀਆਂ ਗੱਲਾਂ ਪਹਿਲੇ ਲਿਖੀਆਂ ਗਈਆਂ ਨੇ ਸਾਡੀ ਤਾਲੀਮ ਵਾਸਤੇ ਲਿਖੀਆਂ ਗਈਆਂ ਨੇ, ਤਾਂ ਕਿ ਅਸੀਂ ਉਸ ਦੇ ਵਸੀਲੇ ਨਾਲ ਨਜਾਤ ਪਾਈਏ, ਉਹਨਾਂ ਗੱਲਾਂ ਤੇ ਉਮੀਦ ਰੱਖੀਏ, ਉਹੀ ਗੱਲਾਂ ਸਾਡੇ ਵਾਸਤੇ ਤਸੱਲੀ ਬਣਨ, ਜਿਨ੍ਹਾਂ ਗੱਲਾਂ ਤੋਂ ਅਸੀਂ ਬਚਪਨ ਤੋਂ ਇਹਨਾਂ ਪਾਕ ਨਵਿਸ਼ਤਿਆਂ ਤੋਂ ਵਾਕਫ ਹੈਗੇ। ਇਹੋ ਹੀ ਸਾਡੀ ਤਸੱਲੀ ਬਣ ਸਕਦੀ ਹੈ। ਇਹਨਾਂ ਗੱਲਾਂ ਤੋਂ ਸਾਡੀ ਉਮੀਦ ਹੋਣੀ ਚਾਹੀਦੀ ਔਰ ਇਹੋ ਗੱਲਾਂ ਸਾਨੂੰ ਦਾਨਿਸ਼ਮੰਦ ਬਣਾ ਸਕਦੀਆਂ ਨੇ। ਇਸੇ ਕਰਕੇ ਕੁਲਸੀਓਂ 2 ਬਾਪ ਦੀ 2 ਚ ਲਿਖਿਆ ਹੈ, ਤਾਂ ਕਿ ਤੁਹਾਡੇ ਦਿਲਾਂ ਨੂੰ ਤਸੱਲੀ ਹੋਵੇ। ਤੇ ਤਸੱਲੀ ਮਿਲਦੀ ਖੁਦਾ ਦੇ ਕਲਾਮ ਨਾਲ। ਮੁਹੱਬਤ ਵਿੱਚ ਆਪਸ ਵਿੱਚ ਗੱਠੇ ਰਹੋ ਤੇ ਪੂਰੀ ਸਮਝ ਦੀ ਤਮਾਮ ਦੌਲਤ ਨੂੰ ਹਾਸਲ ਕਰਿਓ। ਪੂਰੀ ਸਮਝ ਦੀ ਤਮਾਮ ਦੌਲਤ ਨੂੰ ਹਾਸਲ ਕਰਿਓ ਤੇ ਖੁਦਾ ਦੇ ਭੇਤ ਯਾਨੀ ਮਸੀਹ ਨੂੰ ਪਛਾਣਿਓ, ਜਿਹਦੇ ਵਿੱਚ ਹਿਕਮਤ ਤੇ ਮਾਰਫਤ ਦੇ ਸਾਰੇ ਖਜ਼ਾਨੇ ਪਸ਼ੀਦਾ ਨੇ। ਹਿਕਮਤ ਤੇ ਮਾਰਫਤ ਦੇ ਖਜ਼ਾਨੇ। ਤੇ 4 ਕਹਿੰਦਾ, ਇਹ ਮੈਂ ਇਸ ਲਈ ਕਹਿਣਾ ਹੈ ਕਿ ਕੋਈ ਲੁਭਾਉਣ ਵਾਲੀਆਂ ਗੱਲਾਂ ਦੇ ਨਾਲ ਤੁਹਾਨੂੰ ਧੋਖਾ ਨਾ ਦੇਵੇ। ਲੁਭਾਉਣ ਵਾਲੀਆਂ ਚਿਕਨੀਆਂ ਚੁਪੜੀਆਂ ਗੱਲਾਂ ਖੁਦਾ ਯਿਸੂ ਮਸੀਹ ਨੇ ਮਤੀ 23 ਬਾਬ ਤੇ 15 ਆਇਤ ਦੇ ਵਿੱਚ ਆਖਿਆ ਕਿ ਇੱਕ ਮਰੀਦ ਕਰਨ ਦੀ ਖਾਤਰ ਤੇ ਆਪਣੇ ਮਰੀਦ ਲਿਖਿਆ, ਫਕੀਓ ਫਰੀਸੀਓ ਤੁਹਾਡੇ ਉੱਤੇ ਅਫਸੋਸ ਕਿ ਮਰੀਦ ਕਰਨ ਦੀ ਖਾਤਰ ਤੁਸੀਂ ਤਰੀ ਤੇ ਖੁਸ਼ਕੀ ਦਾ ਦੌਰ ਇੱਧਰ ਪਤਾ ਨਹੀਂ ਕਿੱਥੇ ਦੀਆਂ ਮਨ ਘੜਤ ਕਹਾਣੀਆਂ ਸੁਣਾਉਂਦੇ, ਤੇ ਜਦੋਂ ਤੁਹਾਡਾ ਮਰੀਦ ਹੋ ਜਾਂਦਾ ਹੈ ਲੁਭਾਉਣ ਵਾਲੀਆਂ ਗੱਲਾਂ ਨਾਲ, ਤੇ ਫਿਰ ਤੁਸੀਂ ਆਪਣੇ ਤੋਂ ਦੁੱਗਣਾ ਜਹੰਨਮ ਦਾ ਫਰਜ਼ੰਦ ਬਣਾਉਂਦੇ ਹੋ। ਰੋਮੀਓ 16 ਬਾਬ 17 ਤੇ 18 ਆਇਤ ਨੂੰ ਪੜ੍ਹੀਏ। ਇੱਕ ਬੰਨੇ ਹਿਕਮਤ ਤੇ ਮਾਰਫਤ ਦੇ ਖਜ਼ਾਨੇ ਨੇ ਯਿਸੂ ਮਸੀਹ, ਦੂਸਰੀ ਤਰਫ ਬਾਪ ਤਰਲੇ ਕੱਢਦਾ, ਇਲਤਮਾਸ ਕਰਦਾ ਹੈ, ਕਿਉਂਕਿ ਗੋ ਪੌਲੁਸ ਰਸੂਲ ਦੇ ਖਤ ਨੇ, ਲੇਕਿਨ ਪੌਲੁਸ ਰਸੂਲ ਤੇ 2 ਕੁਰਿੰਥੀਓ 5 ਬਾਬ 20 ਚ ਕਹਿੰਦਾ, ਮੈਂ ਤੇ ਮਸੀਹ ਦਾ ਏਲਚੀ ਹਾਂ। ਤੇ ਮਸੀਹ ਯਹੋਨਾ ਦੀ ਇੰਜੀਲ 12 ਬਾਬ 49 ਤੇ 50 ਆਇਤ ਨੂੰ ਪੜ੍ਹ ਲਓ, ਕਹਿੰਦਾ ਮੈਂ ਆਪਣੀ ਤਰਫੋਂ ਕੁਝ ਵੀ ਨਹੀਂ ਕਹਿੰਦਾ, ਜੋ ਕੁਝ ਮੈਨੂੰ ਬਾਪ ਕਹਿੰਦਾ ਤੇ ਜਿਸ ਤਰ੍ਹਾਂ ਮੈਨੂੰ ਕਹਿੰਦਾ ਮੈਂ ਉਦਾਂ ਹੀ ਕਹਿਣਾ,
ਤੇ ਮੈਨੂੰ ਪਤਾ ਉਹਦੇ ਹੁਕਮ ਹਮੇਸ਼ਾ ਦੀ ਜ਼ਿੰਦਗੀ ਹੈ। ਇਸ ਕਰਕੇ ਜੋ ਮੈਨੂੰ ਬਾਪ ਕਹਿੰਦਾ ਮੈਂ ਉਹ ਕਹਿਣਾ। ਤੇ ਫਿਰ ਖੁਦਾ ਇਲਤਮਾਸ ਕਰਦਾ ਹੈ, ਖੁਦਾ ਮੇਰੇ ਤੁਹਾਡੇ ਤਰਲੇ ਕੱਢਦਾ ਹੈ। ਗੋ ਖਤ ਪਲੂਸ ਰਸੂਲ ਦੇ ਜ਼ਰੀਏ ਲਿਖਾਇਆ, ਲੇਕਿਨ ਤਰਲੇ ਖੁਦਾ ਕੱਢਦਾ ਏ। ਰੋਮੀਓ 15 ਬਾਬ 16 ਬਾਬ 17 ਚ ਕਿ ਮੈਂ ਤੁਹਾਡੇ ਅੱਗੇ ਇਲਤਮਾਸ ਕਰਨਾ ਹੈ ਕਿ ਜਿਹੜੇ ਲੋਕ ਇਸ ਤਾਲੀਮ ਦੇ ਬਰਖਲਾਫ, ਇਸ ਤਾਲੀਮ ਦੇ ਜਿਹੜੀ ਮਾਰਫਤ ਖੁਜ਼ਾਨੇ ਹੈ, ਜਿਸ ਦੇ ਬਾਰੇ ਮੁਕੱਦਸ ਪਤਰਸ 2 ਬਾਬ, ਪਹਿਲਾ ਪਤਰਸ 2 ਬਾਬ ਤੇ 2 ਚ ਕਹਿੰਦਾ ਏ, ਇਹ ਖਾਲਸ ਰੂਹਾਨੀ ਦੁੱਧ ਏ, ਇਹਦੇ ਪੀਣ ਵਾਲੇ ਖੁਦਾਵੰਦ ਦੇ ਵਿੱਚ ਵੱਧ ਜਾਣਗੇ। ਸੋ ਖੁਦਾ ਚ ਵੱਧ ਜਾਣਾ, ਉਹਦੇ ਕੱਦ ਦੇ ਅੰਦਾਜ਼ੇ ਤੱਕ ਪਹੁੰਚ ਜਾਣਾ, ਮਾਰਫਤ ਦੇ ਖਜ਼ਾਨੇ। ਦੂਸਰੀ ਤਰਫ ਗੰਦਗੀ ਲਬਾਉਣ ਵਾਲੀਆਂ ਗੱਲਾਂ ਨੂੰ ਯਸਾਇਆ 48 ਬਾਬ 8 ਤੋਂ ਪੜ੍ਹਨਾ ਸ਼ੁਰੂ ਕਰੀਏ ਤੇ ਲਿਖਿਆ, ਸਾਰੇ ਦਸਤਰਖਾਨ ਕਹਿ ਤੇ ਗੰਦਗੀ ਨਾਲ ਭਰੇ ਹੋਏ ਨੇ। ਲਬਾਉਣ ਵਾਲੀਆਂ ਗੱਲਾਂ, ਉਲਟੀਆਂ ਗੱਲਾਂ, ਚਿਕਨੀਆਂ ਚੁਪੜੀਆਂ ਗੱਲਾਂ, ਉਹ ਜਿਹਨਾਂ ਦੇ ਬਾਰੇ ਲਿਖਿਆ ਮਿਲਦਾ ਏ ਰੋਮੀਓ 16 ਬਾਬ 17 ਦੇ ਵਿੱਚ। ਖੁਦਾ ਤਰਲੇ ਪਾਉਂਦਾ, ਓਏ ਨਾ ਗੰਦਮੰਦ ਖਾਇਓ, ਨਾ ਗੰਦਮੰਦ ਖਾਇਓ। ਲਿਖਿਆ ਜਿਹੜੇ ਲੋਕ ਇਸ ਤਾਲੀਮ ਦੇ ਬਰਖਲਾਫ, ਬਾਈਬਲ ਦੀ ਤਾਲੀਮ ਦੇ ਬਰਖਲਾਫ ਫੁੱਟ ਪੜਨ ਤੇ ਠੋਕਰ ਖਾਣ ਦਾ ਬਾਇਸ ਬਣਦੇ ਨੇ, ਉਹ ਉਹਨਾਂ ਨੂੰ ਤਾੜ ਲਿਆ ਕਰੋ। ਉਹਨਾਂ ਦੀਆਂ ਗੱਲਾਂ ਗੰਦਮੰਦ ਨਹੀਂ, ਲਵਾਉਣ ਵਾਲੀਆਂ ਗੱਲਾਂ। ਖੁਦਾ ਦੇ ਕਲਾਮ ਚ ਲਿਖਿਆ, ਚਾਪਲੂਸ ਲੱਭ ਤਬਾਹੀ ਮਚਾਉਂਦੇ ਨੇ। ਇਹਨਾਂ ਦੀਆਂ ਗੱਲਾਂ ਤੇ ਕਹਿੰਦਾ ਤਬਾਹੀ ਮਚਾਉਣ ਵਾਲੀਆਂ ਨੇ। ਇਸੇ ਕਰਕੇ ਰੱਬ ਤਰਲੇ ਕੱਢਦਾ ਹੈ। ਰੋਮੀਓ 16 ਬਾਬ 17 ਚ ਲਿਖਿਆ, ਮੈਂ ਤੁਹਾਡੇ ਅੱਗੇ ਇਲਤਮਾਸ ਕਰਨਾ ਕਿ ਜਿਹੜੇ ਲੋਕ ਇਸ ਤਾਲੀਮ ਦੇ ਬਰਖਲਾਫ, ਬਾਈਬਲ ਦੀ ਤਾਲੀਮ ਦੇ ਬਰਖਲਾਫ ਫੁੱਟ ਪੜਨ ਤੇ ਠੋਕਰ ਖਾਣ ਦੇ ਬਾਇਸ ਬਣਦੇ ਨੇ, ਉਹਨਾਂ ਨੂੰ ਤਾੜ ਲਿਆ ਕਰੋ ਤੇ ਉਹਨਾਂ ਤੋਂ ਕਿਨਾਰਾ ਕਰਿਆ ਕਰੋ। ਤੇ 18 ਚ ਉਹਨੇ ਦੱਸਿਆ, ਇਸ ਤਰ੍ਹਾਂ ਦੇ ਲੋਕ ਸਾਡੇ ਖੁਦਾਵੰਦ ਯਿਸੂ ਮਸੀਹ ਦੀ ਨਹੀਂ, ਉਹ ਇਹ ਤੇ ਪੇਟ ਦੀ ਖਿਦਮਤ ਕਰਦੇ ਨੇ, ਚਿਕਨੀ ਚੁਪੜੀ ਗੱਲਾਂ ਦੇ ਨਾਲ ਸਾਦਾ ਦਿਲਾਂ ਨੂੰ ਬਹਕਾਉਂਦੇ ਨੇ। ਚਿਕਨੀਆਂ ਚੁਪੜੀਆਂ ਗੱਲਾਂ, ਬਹਕਾਉਣ ਵਾਲੀਆਂ ਗੱਲਾਂ। ਤੀਤਸ ਦਾ ਖਤ ਪਹਿਲਾ ਬਾਬ 14 ਚ ਲਿਖਿਆ, ਯਹੂਦੀਆਂ ਦੀਆਂ ਕਹਾਣੀਆਂ ਤੇ ਇਹਨਾਂ ਬੰਦਿਆਂ ਦੇ ਹੁਕਮਾਂ ਤੇ ਅਮਲ ਨਾ ਕਰਿਓ, ਇਹ ਹੱਕ ਤੋਂ ਗਮਰਾਹ ਕਰਦੀਆਂ ਨੇ। ਤਮੋਥੀਸ ਪਹਿਲਾ ਤਮੋਥੀ 6 ਬਾਬ 3 ਤੋਂ ਪੜ੍ਹੀਏ ਤੇ ਲਿਖਿਆ, ਅਗਰ ਕੋ ਬੰਦਾ ਔਰ ਤਰ੍ਹਾਂ ਦੀ ਤਾਲੀਮ, ਬਾਈਬਲ ਦੀ ਨਹੀਂ, ਔਰ ਤਰ੍ਹਾਂ ਦੀ, ਉਹ ਜਿਸ ਤਰ੍ਹਾਂ ਬੱਚੇ ਦਾ ਬਪਤਿਸਮਾ ਤਾਂ ਬਾਈਬਲ ਚ ਕੋਈ ਨਹੀਂ, ਇਹੋ ਹੀ ਔਰ ਤਰ੍ਹਾਂ ਦੀ ਤਾਲੀਮ ਆ। ਤੇ ਸਾਡੇ ਖੁਦਾਵੰਦ ਯਿਸੂ ਮਸੀਹ ਦੀਆਂ ਗੱਲਾਂ ਨੂੰ ਜਿਹੜੀਆਂ ਦੀਨਦਾਰੀ ਦੇ ਮੁਤਾਬਕ ਏ, ਉਹਨਾਂ ਨੂੰ ਨਹੀਂ ਮੰਨਦਾ। ਲਿਖਿਆ, ਉਹ ਮਗਰੂਰ ਏ ਤੇ ਕੁਝ ਵੀ ਨਹੀਂ ਜਾਣਦਾ, ਬਲਕਿ ਉਹਨੂੰ ਲਫ਼ਜ਼ੀ ਤਕਰਾਰ ਦਾ ਮਰਜ਼ ਏ, ਜਿਹਦੇ ਨਾਲ ਹਸਦ, ਬਦਗੋਈਆਂ, ਬਦਗੁਮਾਨੀਆਂ ਤੇ ਉਹਨਾਂ ਬੰਦਿਆਂ ਦੀ ਰੱਦੋ ਬਦਲ ਦੀ ਵਜ੍ਹਾ ਦੇ ਨਾਲ ਪੈਦਾ ਹੁੰਦੀਆਂ ਨੇ, ਜਿਨ੍ਹਾਂ ਦੀ ਅਕਲ, ਲਿਖਿਆ, ਜਿਨ੍ਹਾਂ ਦੀ ਅਕਲ ਵਿਗੜੀ ਹੋਈ ਹੈ। ਅਸੀਂ ਤੇ ਉਹਨਾਂ ਦੇ ਪਿੱਛੇ ਲੱਗੇ ਜਿਨ੍ਹਾਂ ਦੀ ਅਕਲ ਵਿਗੜੀ ਹੋਈ ਹੈ, ਕਿਉਂਕਿ ਬਾਈਬਲ ਦੇ ਵਿੱਚ ਤਾਂ ਬੱਚੇ ਦਾ ਬਪਤਿਸਮਾ ਹੀ ਕੋਈ ਨਹੀਂ ਭਰਾਓ। ਤੇ ਆਪਣੇ ਕੋਲੋਂ ਚਿਕਨੀਆਂ ਚੁਪੜੀਆਂ ਗੱਲਾਂ ਸੁਣਾ ਕੇ, ਕਹਾਣੀਆਂ ਸੁਣਾ ਕੇ, ਤੇ ਅਸੀਂ ਉਹਨਾਂ ਕਹਾਣੀਆਂ ਦਾ ਯਕੀਨ ਕਰ ਲੈਂਦੇ, ਕਲਾਮ ਨੂੰ ਰੱਦ ਕਰ ਦਿੰਦੇ ਹਾਂ, ਤੇ ਫਿਰ ਪ੍ਰਸਤਿਸ਼ ਵੀ ਉਹਦੀ ਕਰਨੇ ਆ, ਪਰ ਹੋਂਠਾਂ ਤੋਂ ਦਿਲ ਨੂੰ ਦੂਰ ਕਰਨੇ ਆ। ਮਰਕਸ 7 ਬਾਬ 6 ਤੋਂ 9 ਤੱਕ ਪੜ੍ਹੋ। ਫਿਰ ਖੁਦਾਵੰਦ ਯਿਸੂ ਮਸੀਹ ਨੇ ਆਖਿਆ, ਯਸਾਇਆ ਨਬੀ ਨੇ ਦੱਸਿਆ ਸੀ ਕਿ ਐਸੀ ਕੌਮ ਹੋਏਗੀ, ਐਸੇ ਲੋਕ ਹੋਣਗੇ ਜਿਨ੍ਹਾਂ ਦੀ ਹੋਂਠ ਤਜ਼ੀਮ ਕਰਨਗੇ। ਤੇ ਜੇ ਖੁਦਾ ਕਹੇਗਾ ਨਾ ਇਹਦੀਆਂ ਗੱਲਾਂ ਨੂੰ ਮੰਨ ਦਿਲੋਂ, ਤੇ ਉਹ ਕਹੇਗਾ ਨਹੀਂ, ਇਹਦੀਆਂ ਗੱਲਾਂ ਨਹੀਂ ਮੰਨਣੀਆਂ। ਉਹਨਾਂ ਦੇ ਦਿਲ ਦੂਰ ਹੋਣਗੇ,
ਉਹ ਤਦ ਨਹੀਂ ਇਹਨੂੰ ਤਸਲੀਮ ਕਰਨਗੇ ਕਿਉਂਕਿ ਉਹਨਾਂ ਦੇ ਦਿਲ ਦੂਰ ਹੋਣਗੇ, ਹੋਂਠਾਂ ਤੋਂ ਤਸਲੀਮ ਕਰਨਗੇ, ਖੁਦਾ ਦੇ ਹੁਕਮ ਨੂੰ ਰੱਦ ਕਰਨਗੇ, ਤਰਕ ਕਰਨਗੇ। ਆਪਣੀਆਂ ਰਵਾਇਤਾਂ, ਆਪਣੀਆਂ ਕਹਾਣੀਆਂ, ਆਪਣੀਆਂ ਚਿਕਨੀਆਂ ਚੋਪੜੀਆਂ ਗੱਲਾਂ, ਲੁਭਾਉਣ ਵਾਲੀਆਂ ਗੱਲਾਂ, ਰਸੂਲਾਂ ਦੇ ਵੱਲ 20 ਬਾਬ 29 ਐਤ ਦੇ ਵਿੱਚ ਰਸੂਲ ਨੇ ਆਖਿਆ, ਮੇਰੇ ਹੁੰਦਿਆਂ ਤੇ ਨਹੀਂ ਆਉਣਾ, ਮੇਰੇ ਜਾਣ ਤੋਂ ਬਾਅਦ ਫੜਨ ਵਾਲੇ ਭੇੜੀਏ ਤੁਹਾਡੇ ਚ ਆਉਣਗੇ, ਜਿਨ੍ਹਾਂ ਨੂੰ ਗੱਲੇ ਉੱਤੇ ਕੋਈ ਤਰਸ ਨਹੀਂ ਹੋਣਾ। ਖੁਦ ਤੁਹਾਡੇ ਵਿੱਚੋਂ ਲੋਕ ਉੱਠਣੇ ਨੇ ਜਿਨ੍ਹਾਂ ਨੇ ਉਲਟੀਆਂ ਉਲਟੀਆਂ ਗੱਲਾਂ ਕਰਨੀਆਂ ਨੇ, ਔਰ ਉਲਟੀਆਂ ਉਲਟੀਆਂ ਗੱਲਾਂ ਕਰਨ ਦੀ ਵਜ੍ਹਾ ਦੇ ਨਾਲ ਉਹ ਬਗਿਆੜ ਬਣ ਜਾਣਗੇ ਤੇ ਸ਼ਾਗਿਰਦਾਂ ਨੂੰ ਫਿਰ ਆਪਣੀ ਤਰਫ ਖਿੱਚਣਗੇ, ਖੁਦਾ ਦੀ ਤਰਫ ਨਹੀਂ, ਆਪਣੀ ਤਰਫ। ਅਸੀਂ ਆਪਣੀ ਤਰਫ ਖਿੱਚਣੇ ਆ, ਇਸ ਕਰਕੇ ਉਲਟੀਆਂ ਪੁਲਟੀਆਂ ਗੱਲਾਂ ਸੁਣਾਉਂਦੇ, ਜਿਨ੍ਹਾਂ ਨੂੰ ਯਸਾਇਆ 28 ਬਾਬ ਤੇ 8 ਐਤ ਕਹਿੰਦੀ ਏ ਗੰਦ ਮੰਨਦੇ। ਇੱਕ ਬੰਨੇ ਜ਼ਿੰਦਗੀ ਦੀਆਂ ਗੱਲਾਂ ਨੇ, ਸੋਨੇ ਨਾਲੋਂ ਮਹਿੰਗੀਆਂ, ਸ਼ਹਿਦ ਨਾਲੋਂ ਮਿੱਠੀਆਂ। ਯਰਮੀਆ ਨਬੀ ਦੇ ਸੀਫੇ ਨੂੰ 23 ਬਾਪ ਨੂੰ ਪੜ੍ਹੀਏ ਨਾ, 28 ਐਤ ਲਿਖੇ, ਜਿਸ ਨਬੀ ਕੋ ख्वाब दसे, जिद को मेरा कलाम है, मेरे कलाम ਨੂੰ ਬਿਆਨਦਾਰੀ ਨਾ ਸੁਣਾਵੇ। ਤੇ 29 ਐਤ ਉਹਨੇ ਆਖਿਆ, ਗੀਉ ਨੂੰ ਬੂਸੇ ਨਾਲ ਕੀ ਨਿਸਬਤ। ਉਹ ਮੰਨਨੇ ਆ, ਉਹ ਕਹਿੰਦਾ ਤੂੜੀ ਸੰਭਾਲਦੀ ਹੈ ਦਾਣਿਆਂ ਨੂੰ, ਐਂਡ ਤੱਕ ਸੰਭਾਲਦੀ ਹੈ, ਇੰਨੀਆਂ ਬਾਰਿਸ਼ਾਂ ਤੂਫਾਨ ਆਉਂਦੇ ਆ, ਤੂੜੀ ਉਸ ਨੂੰ ਸੰਭਾਲਦੀ ਹੈ, ਪਰ ਉਹ ਜਿਸ ਵੇਲੇ ਖਾਣ ਦੇ ਕਾਬਲ ਹੋ ਜਾਂਦੀ ਹੈ ਫਿਰ ਤੂੜੀ ਨੂੰ ਅਲੱਗਾ ਕਰ ਦਿੱਤਾ ਜਾਂਦਾ, ਫਿਰ ਤੂੜੀ ਦਾ ਸਾਥ ਨਹੀਂ ਰਹਿੰਦਾ, ਕਿਉਂਕਿ ਦਾਣਿਆਂ ਨੂੰ ਲੋਕ ਘਰ ਲੈ ਆਉਂਦੇ ਨੇ, ਉਹਨਾਂ ਨੂੰ ਛੱਟਦੇ, ਬਣਾਉਂਦੇ, ਪਿਆਉਂਦੇ, ਕਈ ਮਾਈਆਂ ਧੋਂਦੀਆਂ, ਸੁਕਾ ਕੇ ਫਿਰ ਪਿਆਉਂਦੀਆਂ, ਫਿਰ ਵੀ ਉਹਨੂੰ ਛਾਣਦੀਆਂ, ਫਿਰ ਆਟਾ ਗੁੰਨ ਕੇ ਪਕਾਉਂਦੀਆਂ ਤੇ ਫਿਰ ਖਾਂਦੇ ਨੇ। ਇੰਨੇ ਪ੍ਰੋਸੀਜਰ ਦੇ ਵਿੱਚ ਦੀ ਗੁਜ਼ਾਰ ਕੇ ਤੇ ਜਿਹੜਾ ਜ਼ਿੰਦਗੀ ਦੀ ਰੋਟੀ ਏ ਇਹ 'ਚ ਮਿਲਾਵਟਾਂ ਹੀ ਕਰੀ ਆਉਂਦਾ, ਆਪਣੀ ਰੋਟੀ ਨੂੰ ਇੰਨਾ ਤੇ ਜ਼ਿੰਦਗੀ ਦੀ ਰੋਟੀ 'ਚ ਮਿਲਾਵਟਾਂ। ਤੇ ਰੱਬ ਵੀ ਕਹਿੰਦਾ 30 ਐਤ 'ਚ, ਤੇਰੀ ਮੇਰੀ ਦੁਸ਼ਮਣੀ ਪੈ ਗਈ, ਤੂੰ ਮੇਰੀਆਂ ਗੱਲਾਂ ਚਰਾਉਣਾ, ਤੂੰ ਚੋਰ ਬਣ ਗਿਆ, ਆਪਣੀਆਂ ਦੱਸਣਾ। 31 ਐਤ 'ਚ, 32 ਐਤ 'ਚ, 34 ਐਤ 'ਚ ਕਹਿੰਦਾ ਮੈਂ ਤੇਰੇ ਘਰਾਣੇ ਨੂੰ ਵੀ ਸਜ਼ਾ ਦੇਣੀ, ਔਰ 36 ਐਤ 'ਚ ਕਹਿੰਦਾ ਏ ਤੇਰੀਆਂ ਗੱਲਾਂ ਜਿਹੜੀਆਂ ਤੂੰ ਲੁਭਾਉਣ ਵਾਲੀਆਂ ਕਰਦਾ, ਤੇਰੀਆਂ ਗੱਲਾਂ ਤੇਰੇ ਉੱਤੇ ਭਾਰ ਹੋਣੀਆਂ ਨੇ। ਲਿਖਿਆ ਤੂੰ ਰੱਬ ਦੇ ਕਲਾਮ ਨੂੰ ਵਿਗਾੜਨਾ ਹੈ, ਔਰ ਰੱਬ ਦੇ ਕਲਾਮ ਨੂੰ ਨਾ ਵਿਗਾੜੀਏ, ਬਲਕਿ ਜਿਸ ਤਰ੍ਹਾਂ ਕਲਾਮ ਹੈ, ਲੂਕਾ 1 ਬਾਬ 1 ਐਤ 'ਚ ਲਿਖਿਆ, ਜਿਸ ਤਰ੍ਹਾਂ ਤਰਤੀਬਵਾਰ ਕਲਾਮ ਹੈ ਉਸੇ ਤਰ੍ਹਾਂ ਸੁਣਾਈਏ। ਕਿਉਂਕਿ ਅਮਸਾਲ 10 ਬਾਬ 21 ਐਤ 'ਚ ਲਿਖਿਆ, ਸਾਦਕ ਦੇ ਓਂਠ ਬਹੁਤਿਆਂ ਨੂੰ ਗੁਜ਼ਾ। ਕਲਾਮ ਲੋਕਾਂ ਦੀ ਗੁਜ਼ਾ ਹੈ, ਜ਼ਿੰਦਗੀ ਦੀ ਰੋਟੀ, ਜ਼ਿੰਦਗੀ ਦਾ ਪਾਣੀ ਹੈ, ਖਾਲਸ ਰੂਹਾਨੀ ਦੁੱਧ ਦੇ। 1 ਪਤਰਸ 2 ਬਾਬ 2 ਐਤ 'ਚ ਲਿਖਿਆ ਹੈ, ਇਹਨੂੰ ਪੀਣ ਵਾਲੇ ਖੁਦਾ 'ਚ ਵੱਧ ਜਾਣਗੇ। ਆਓ ਆਪ ਖੁਦਾ 'ਚ ਵਧੀਏ, ਕੋਸ਼ਿਸ਼ ਕਰੀਏ ਲੋਕ ਖੁਦਾ 'ਚ ਵਧਣ, ਤੇ ਕਲਾਮ ਜਿੱਦਾਂ ਹੈ ਉਸੇ ਤਰ੍ਹਾਂ ਬਿਆਨ ਕਰੀਏ, ਚੰਗੇ ਰਹਿ ਜਾਣਗੇ। ਖੁਦਾਵੰਦ ਤੇਰਾ ਖਾਦਮ ਹੁੰਦਿਆਂ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ ਹੈ, ਉਸ ਕਲਾਮ ਨੂੰ ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਬਿਆਨ ਕਰ ਦਿੱਤਾ ਹੈ। ਇਸੇ ਤਰ੍ਹਾਂ ਤੇਰੇ ਲੋਕ ਦਿਆਨਦਾਰੀ ਨਾਲ ਕਲਾਮ ਤੇਰੇ ਨੂੰ ਬਿਆਨ ਕਰਨ। ਲਿਖਿਆ ਬਹੁਤ ਸਾਰੇ ਲੋਕਾਂ ਨੇ ਕਮਰ ਨੂੰ ਬੰਨ ਲਿਆ ਕਿ ਜਿੱਦਾਂ ਤਰਤੀਬਵਾਰ ਕਲਾਮ ਇੱਦਾਂ ਬਿਆਨ ਕਰਨ, ਤੇਰੇ ਲੋਕ ਇਸੇ ਤਰ੍ਹਾਂ ਬਿਆਨ ਕਰਨ, ਆਪ ਬਰਕਤ ਪਾਉਣ, ਤੇਰੇ ਲੋਕਾਂ ਦੀਆਂ ਨਸਲਾਂ ਬਰਕਤ ਪਾਉਣ। ਜਿਨ੍ਹਾਂ ਲੋਕਾਂ ਨੂੰ ਕਲਾਮ ਸੁਣਾਉਣ, ਅੰਜੀਲੀ ਮਨਾਦ ਬਣਨ, ਉਹ ਲੋਕ ਬਰਕਤ ਪਾਉਣ। ਇਹ ਸਭ ਕੁਝ ਮੰਗਣਾ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਤੇ ਭਰਿਓ ਕਲਾਮ ਨੂੰ, ਜੇ ਸੁਣਿਆ ਹੈ ਬਰਕਤ ਪਾਈਏ, ਇਸ ਨੂੰ ਲਾਈਕ ਕਰਿਓ, ਬੈਲ ਦਾ ਬਟਨ ਦਬਾਇਓ, ਆਪਣੇ ਦੋਸਤਾਂ ਨੂੰ ਇਸ ਚੈਨਲ ਦੇ ਬਾਰੇ ਦੱਸੋ। ਖੁਦਾ ਤੈਨੂੰ ਬਰਕਤ ਦੇਵੇ।